SSP ਦੇ ਦਫ਼ਤਰੋਂ ਥੋੜੀ ਦੂਰੋਂ ਚਿੱਟਾ ਵਿਕਦਾ ਹੋਵੇ, ਸ਼ਰੇਆਮ ਵਿਕਦਾ ਹੋਵੇ, ਵੱਡੀ ਗਿਣਤੀ 'ਚ ਲੋਕ ਪੂੜੀਆਂ ਲੈਂਦੀਆਂ ਉਹਦੇ ਤੇ ਸਰਕਾਰ ਨੂੰ ਪਤਾ ਨਹੀਂ ਹੈਗਾ। ਮੇਰੇ ਹਲਕੇ ਦੇ ਵਿੱਚ ਹਰ ਰੋਜ਼ 1 ਜਾਂ 2 NDPS ਦੇ ਪਰਚੇ ਦਰਜ ਹੁੰਦੇ ਆ ਜਿਹੜੇ ਚਿੱਟੇ ਦਾ ਕੰਮ ਕਰਦੇ ਸੀ। ਜੜ੍ਹਾਂ ਪੱਟ ਰਹੇ ਆ, ਪੱਟ ਕੇ ਹਟਾਂਗੇ। ਪਟਿਆਲਾ ਹਿੰਸਾ ਹੁੰਦੀ ਕਿਹਾ ਜਾ ਰਿਹਾ, ਸਭ ਕੁਝ ਪਹਿਲਾਂ ਦੱਸਿਆ ਗਿਆ ਸੀ। DGP ਨਾਲ ਵੀ ਮੁਲਾਕਾਤ ਹੋਈ ਸੀਗੀ, ਧੜਿਆਂ ਦੀ SSP ਦੇ ਨਾਲ ਵੀ ਹੋਈ ਸੀ। BJP ਪਾਰਟੀ ਦਾ ਉਹਨਾਂ ਨੇ ਇਹ ਕੰਮ ਤੇ ਕੰਟਰੋਲ ਨਹੀਂ ਕਰਨ ਦਿੱਤਾ। ਇਹ ਆਪਦੀਆਂ ਇਹੋ ਜਿਹੀਆਂ ਜਿਹੜੀਆਂ ਇਨਸੀਡੈਂਟ ਹੁੰਦੇ ਨੇ ਇਹਦੇ ਵਿੱਚੋਂ ਆਪਦੇ ਸਿਆਸੀ ਰਾਹ ਤਲਾਸ਼ਦੇ ਨੇ, ਆਪਦੀਆਂ ਵੋਟਾਂ ਦੀ ਰਾਜਨੀਤੀ ਕਰਦੇ ਨੇ। ਨੋਟਿਸ ਕੱਢਿਆ ਗਿਆ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪਾਰਟੀ ਵੱਲੋਂ ਹੀ, ਕਾਂਗਰਸ ਪਾਰਟੀ ਨੇ ਕੱਢਿਆ। ਜੇ ਬਾਈ ਚਾਂਸ ਉਹਨਾਂ ਤੇ ਕਾਰਵਾਈ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਉਹਨੂੰ ਐਕਸੈਪਟ ਕਰ ਲਊਗੀ? ਬਿਲਕੁਲ ਨਹੀਂ। ਸਾਡੀ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਇਹ ਹੋ ਗਿਆ ਪੱਕਾ ਹੈਗਾ ਵੀ ਕੋਈ ਵੀ ਨਵਾਂ ਅਸੀਂ ਚਿਹਰਾ ਸ਼ਾਮਲ ਨਹੀਂ ਕਰਾਂਗੇ। ਬਿਜਲੀ ਆਈ ਨਹੀਂ ਹੈਗੀ ਤੇ ਬਹੁਤ ਸਾਰਾ ਬਿਜਲੀ ਦਾ ਕ੍ਰਾਈਸਿਸ ਰਿਹਾ ਸੂਬੇ ਦੇ ਅੰਦਰ। ਸੈਂਟਰ ਸਰਕਾਰ ਨੇ ਬਿਲਕੁਲ ਹੀ ਆਪਦਾ ਜਿਹੜਾ ਹੱਥ ਹੈ ਉਹ ਇਸ ਵੱਲੋਂ ਖਿੱਚ ਲਿਆ ਗਿਆ। ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਅੱਜ ਆਮ ਆਦਮੀ ਪਾਰਟੀ 50 ਦਿਨ ਸਰਕਾਰ 'ਚ 50 ਦਿਨ ਆਪਣੇ ਸੈਲੀਬ੍ਰੇਟ ਕਰ ਰਹੀ ਹੈ, ਜਸ਼ਨ ਮਨਾ ਰਹੀ ਹੈ। ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਦਵਿੰਦਰ ਜੀ, 50 ਦਿਨ ਹੋ ਗਏ ਨਵੀਂ ਸਰਕਾਰ ਨੂੰ, ਕਿਵੇਂ ਦੇਖਦੇ ਹੋ ਸਰਕਾਰ ਦੀ ਕਾਰਜਗੁਜ਼ਾਰੀ? 50 ਦਿਨ ਹੋ ਗਏ ਬਿਲਕੁਲ ਜੀ, ਪਰ ਜੇ ਮੈਂ ਪਿਛਲੇ ਸਮੇਂ 'ਤੇ ਝਾਕ ਮਾਰਾਂ ਤਾਂ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਉਹਨਾਂ ਦਾ ਤੁਸੀਂ ਰਿਕਾਰਡ ਕੱਢ ਕੇ ਵੇਖ ਲਓ। ਪਿਛਲੇ ਕੋਈ ਸਰਕਾਰ 4 ਸਾਲ ਬਾਅਦ ਕੰਮ ਕਰਦੀ ਹੈ, ਕੋਈ 4.5 ਸਾਲ ਬਾਅਦ ਕੰਮ ਕਰਦੀ ਹੈ, ਪਰ ਮੇਰੇ ਹਿਸਾਬ ਨਾਲ ਇਹ ਪੰਜਾਬ ਦੀ ਪਹਿਲੀ ਸਰਕਾਰ ਹੋਊ, ਪਹਿਲੀ ਗੌਰਮੈਂਟ ਹੋਊ ਜਿਹਨੇ ਕਿ ਸਰਕਾਰ ਬਣਦੀ ਨੇ ਜਦੋਂ ਮਾਨ ਸਾਹਿਬ ਨੇ ਸਹੁੰ ਚੱਕੀ ਪਹਿਲੇ ਦਿਨ ਤੋਂ ਹੀ ਕੰਮ ਕਰਨਾ ਸ਼ੁਰੂ ਕਰਤਾ। ਤੇ ਅੱਜ ਮੈਂ ਫਖਰ ਨਾਲ ਕਹਿ ਸਕਦਾ, ਅੱਜ ਮੈਨੂੰ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਕਿ ਪਹਿਲੇ 50 ਦਿਨਾਂ ਦੇ ਵਿੱਚ ਜਿਹੜੇ ਮਾਨ ਸਾਹਿਬ ਵੱਲੋਂ ਜਿੰਨੇ ਐਲਾਨ ਕੀਤੇ ਸੀ ਉਹਨਾਂ ਦੇ ਨੋਟੀਫਿਕੇਸ਼ਨ ਵੀ ਕਰਤੇ ਆ। ਵਿਰੋਧੀ ਜ਼ਿਆਦਾਤਰ ਘੇਰ ਰਹੇ ਨੇ, ਰਾਜਾ ਵੜਿੰਗ ਹੋਣ, ਨਵਜੋਤ ਸਿੰਘ ਸਿੱਧੂ ਹੋਣ ਜਾਂ ਸੁਖਬੀਰ ਬਾਦਲ ਹੋਣ, ਬਾਰੀ ਇੱਕ ਹੀ ਗੱਲ ਕਹਿ ਰਹੇ ਹੈ ਵੀ ਜ਼ਿਆਦਾ ਫੋਟੋ ਆਪਸ ਵਾਸਤੇ ਚੀਜ਼ਾਂ ਕੀਤੀਆਂ ਜਾ ਰਹੀਆਂ, ਲੋਕਾਂ ਨੂੰ ਦਿਖਾਉਣ ਵਾਸਤੇ। ਗਰਾਊਂਡ ਤੇ ਕੋਈ ਚੀਜ਼ ਇੰਪਲੀਮੈਂਟ ਨਹੀਂ ਹੋ ਰਹੀ ਹੈਗੀ। ਜਿਹੜੇ ਵਿਰੋਧੀ ਇਹ ਗੱਲਾਂ ਕਰਦੇ ਨੇ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਕਿ ਆਪਦੀ ਤੁਸੀਂ ਪਿਛਲੇ 5 ਸਾਲਾਂ ਦੀ ਜਿਹੜੀ ਕਾਰਜਕਾਰੀ ਆ ਸਾਡੇ ਸਾਹਮਣੇ ਪਹਿਲਾਂ ਉਹ ਰੱਖੋ। ਕਿੰਨੀਆਂ ਤੁਸੀਂ 5 ਸਾਲਾਂ ਦੇ ਵਿੱਚ ਨੌਕਰੀਆਂ ਕੱਢੀਆਂ, ਕਿੰਨੇ ਨੌਜਵਾਨ ਬੇਰੁਜ਼ਗਾਰ ਜਿਹੜੇ ਨੌਜਵਾਨਾਂ ਨੂੰ ਤੁਸੀਂ ਨੌਕਰੀਆਂ ਦਿੱਤੀਆਂ, ਕੀ ਤੁਸੀਂ ਕਿਹੜੇ ਪ੍ਰੋਜੈਕਟ ਲੈ ਕੇ ਆਏ ਹੋ ਤੁਸੀਂ ਪੰਜਾਬ ਦੇ ਵਿੱਚ? ਕੋਈ 5 ਸਾਲਾਂ ਦਾ ਸਾਨੂੰ ਰਿਕਾਰਡ ਤਾਂ ਦਿਓ। ਤੇ ਆਹ ਜਿਹੜੇ 50 ਦਿਨਾਂ ਦਾ ਰਿਕਾਰਡ ਜਿਹੜਾ ਅਸੀਂ ਅੱਜ ਤੁਹਾਨੂੰ ਪਤਾ 50 ਦਿਨ ਹੋ ਗਏ ਸਰਕਾਰ ਨੂੰ, ਤੁਹਾਡੇ ਸਾਹਮਣੇ ਆ ਜੋ ਵਾਅਦਾ ਕੀਤਾ ਸੀ, ਜਿਹੜੇ ਅਸੀਂ ਐਲਾਨ ਕੀਤੇ ਨੇ, ਚਾਹੇ ਉਹਦੇ ਵਿੱਚ ਬਿਜਲੀ ਦਾ ਐਲਾਨ ਹੋਵੇ 300 ਯੂਨਿਟ ਫ੍ਰੀ ਦਾ, ਚਾਹੇ 1500 ਕਿੱਲਾ ਜਿਹੜਾ ਮਾਨ ਸਾਹਿਬ ਨੇ ਐਲਾਨ ਕੀਤਾ ਸਿੱਧੀ ਬਿਜਾਈ ਦਾ ਉਹ ਆ, ਚਾਹੇ ਨੌਕਰੀਆਂ ਦਾ। ਦੱਸੋ ਕਿਹੜੀ ਸਰਕਾਰ ਹੁਣ ਤੱਕ ਪੰਜਾਬ ਦੇ ਵਿੱਚ ਆਈ ਜਿਹਨੇ ਪਹਿਲੇ 50 ਦਿਨਾਂ ਦੇ ਵਿੱਚ ਕੰਮ ਕੀਤੇ ਹੋਣ? ਇਹ ਸਭ ਜਿਹੜੇ ਇਹ ਪ੍ਰੋਪੇਗੈਂਡਾ ਕਰਦੇ ਨੇ। ਹੁਣ ਬਿਜਲੀ ਦਾ ਮੁੱਦਾ ਕਾਫੀ ਸਰਕਾਰ ਨੂੰ ਚੁਭਿਆ ਕਿਉਂਕਿ ਬਿਜਲੀ ਆਈ ਨਹੀਂ ਹੈਗੀ ਤੇ ਬਹੁਤ ਸਾਰਾ ਬਿਜਲੀ ਦਾ ਕ੍ਰਾਈਸਿਸ ਰਿਹਾ ਸੂਬੇ ਦੇ ਅੰਦਰ। ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਕਿਉਂਕਿ ਬਿਜਲੀ ਦੇ ਵਿੱਚ ਬੜਾ ਵੱਡਾ ਹਿੱਸਾ ਸੈਂਟਰ ਸਰਕਾਰ ਦਾ ਹੁੰਦਾ। ਸੈਂਟਰ ਸਰਕਾਰ ਨੇ ਬਿਲਕੁਲ ਹੀ ਆਪਦਾ ਜਿਹੜਾ ਹੱਥ ਹੈ ਉਹ ਇਸ ਵੱਲੋਂ ਖਿੱਚ ਲਿਆ ਗਿਆ। ਉੱਤੋਂ ਗਰਮੀ ਪੈਣ ਦੇ ਨਾਲ ਕੋਲੇ ਦੀ ਵੀ ਸ਼ਾਰਟੇਜ ਰਹੀ ਆ ਤੇ ਜਿਹੜੇ ਸਾਡੇ 4 ਥਰਮਲ ਪਲਾਂਟ ਸੀ ਉਹ ਬੰਦ ਹੋ ਗਏ, ਉਹਦੇ ਕਰਕੇ ਕਿੱਲਤ ਆਈ ਆ। ਪਰ ਉਹ 4-5 ਦਿਨ ਦੀ ਕਿੱਲਤ ਸੀ ਤੇ ਹੁਣ ਉਹ ਤਕਰੀਬਨ ਬੈਕ ਟੂ ਨਾਰਮਲ ਹੋ ਰਿਹਾ। ਲਾਡੀ, ਦੂਸਰੇ ਪਾਸੇ ਚਿੱਟਾ ਬਹੁਤ ਵੱਡਾ ਮੁੱਦਾ, ਡਰੱਗਸ ਦਾ ਬਹੁਤ ਵੱਡਾ ਇਸ਼ੂ ਹੈ ਤੇ SSP ਦੇ ਦਫ਼ਤਰੋਂ ਥੋੜੀ ਦੂਰੋਂ ਚਿੱਟਾ ਵਿਕਦਾ ਹੋਵੇ, ਸ਼ਰੇਆਮ ਵਿਕਦਾ ਹੋਵੇ, ਵੱਡੀ ਗਿਣਤੀ 'ਚ ਲੋਕ ਪੂੜੀਆਂ ਲੈਂਦੀਆਂ ਉਹਦੇ ਤੇ ਸਰਕਾਰ ਨੂੰ ਪਤਾ ਨਹੀਂ ਹੈਗਾ ਇਸ ਗੱਲ ਬਾਰੇ। ਉਹਨੂੰ ਕਿਵੇਂ ਦੇਖਦੇ ਹੋ? ਤੇ ਇੱਕ ਪ੍ਰੋਮਿਸ ਵੀ ਵੱਡਾ ਸੀਗਾ ਵੀ ਚਿੱਟਾ ਖਤਮ ਕੀਤਾ ਜਾਊਗਾ। ਬਿਲਕੁਲ, ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਕਿਉਂਕਿ ਸਾਡੀ ਜਿਹੜੀ ਸਰਕਾਰ ਦਾ ਇਹ ਮੁੱਖ ਏਜੰਡਾ ਸੀ ਕਿ ਜਿਹੜੀ ਨੌਜਵਾਨੀ ਦਾ ਜਿਹੜਾ ਘਾਣ ਹੋ ਰਿਹਾ ਚਿੱਟੇ ਦੇ ਨਾਲ ਉਹ ਅਸੀਂ ਖਤਮ ਕਰਨਾ। ਜਿਹੜੀ ਤੁਸੀਂ ਗੱਲ ਕੀਤੀ ਆ ਕਿ SSP ਸਾਹਿਬ ਦੇ, ਇਹ ਮੈਨੂੰ ਲੱਗਦਾ ਫਰੀਦਕੋਟ ਦਾ ਇਹ ਹੋਇਆ ਐਪੀਸੋਡ ਤੇ ਉਹਦੇ ਉੱਤੇ ਤੁਰੰਤ ਐਕਸ਼ਨ ਲੈਂਦਿਆਂ ਸਾਡੇ ਫਰੀਦਕੋਟ ਦੇ SSP ਸਾਹਿਬ ਨੇ ਨਾਲ ਦੀ ਨਾਲ ਪਰਚਾ ਦਰਜ ਕਰਕੇ ਸਾਰੇ 7 ਕੇ 8 ਬੰਦੇ ਮੁੰਡੇ ਸੀਗੇ ਉਹਨਾਂ ਨੂੰ ਅਰੈਸਟ ਕਰਕੇ ਉਹਨੂੰ ਅੰਦਰ ਭੇਜਿਆ। ਇਹਦੇ ਉੱਤੇ ਕੰਮ ਹੋ ਰਿਹਾ, ਪੂਰਾ ਜੰਗੀ ਪੱਧਰ 'ਤੇ ਕੰਮ ਹੋ ਰਿਹਾ। ਮੇਰਾ ਹਲਕਾ ਧਰਮਕੋਟ ਆ, ਮੇਰੇ ਹਲਕੇ ਦੇ ਵਿੱਚ ਵੀ ਬੜੀ ਵੱਡੀ ਸਮੱਸਿਆ ਸੀ ਇਸ ਚਿੱਟੇ ਦੀ, ਪਰ ਮੈਂ ਹੁਣ 100% ਤਾਂ ਮੈਂ ਨਹੀਂ ਕਹਿੰਦਾ ਵੀ 100% ਇਸ ਚੀਜ਼ 'ਤੇ ਕਾਬੂ ਪਾ ਲਿਆ, ਪਰ 50% ਤੋਂ ਉੱਪਰ ਜ਼ਰੂਰ ਮੈਂ ਕਾਬੂ ਪਾਇਆ ਹੋਇਆ। ਹੁਣ ਵੀ ਮੈਂ ਹਲਕੇ ਦੇ ਵਿੱਚ ਹਰੇਕ ਪਿੰਡ ਇਹ ਅਨਾਊਂਸਮੈਂਟ ਕਰਾਈ ਹੋਈ ਆ ਕਿ ਜੇ ਤੁਹਾਡੇ ਨਗਰ ਦੇ ਵਿੱਚ, ਤੁਹਾਡੇ ਪਿੰਡ ਦੇ ਵਿੱਚ ਕੋਈ ਚਿੱਟਾ ਵੇਚਦਾ, ਉਹਦਾ ਨਾਮ, ਮੈਂ ਉਹਦਾ ਨੰਬਰ ਦਿੱਤਾ ਹੈ, ਮੈਨੂੰ ਉਹਦਾ ਨਾਮ ਨੰਬਰ ਮੈਨੂੰ ਮੈਸੇਜ ਕਰੋ, ਉਹਨਾਂ 'ਤੇ ਤੁਰੰਤ ਕਾਰਵਾਈ ਹੋਊਗੀ। ਮੇਰੇ ਹਲਕੇ ਦੇ ਵਿੱਚ ਹਰ ਰੋਜ਼
1 ਜਾਂ 2 NDPS ਦੇ ਪਰਚੇ ਦਰਜ ਹੁੰਦੇ ਆ ਜਿਹੜੇ ਚਿੱਟੇ ਦਾ ਕੰਮ ਕਰਦੇ ਸੀ। ਤਕਰੀਬਨ ਸਫਾਈ ਕਰਨ ਤੇ ਲੱਗੇ ਹੋਏ ਆ। ਪਰ ਤੁਸੀਂ ਜਾਣਦੇ ਹੋ 70 ਸਾਲ ਹੋ ਗਏ ਇਹ ਜਿਹੜਾ ਕਾਰੋਬਾਰ ਆ ਇਹ ਵੱਧਦਾ ਫੁੱਲਦਾ ਗਿਆ। ਜਿਹਦੀ ਵੀ ਸਰਕਾਰ ਆਈ ਆ, ਕੋਈ ਅਕਾਲੀ ਦਲ ਦੀ ਸਰਕਾਰ ਆਈ ਆ, ਚਾਹੇ ਕਾਂਗਰਸ ਦੀ ਸਰਕਾਰ ਆਈ ਆ, ਇਸ ਕਾਰੋਬਾਰ ਨੇ ਬੜੀਆਂ ਡੂੰਘੀਆਂ ਜੜ੍ਹਾਂ ਇਹ ਜਿਹੜੀਆਂ ਧਰਤੀ ਦੇ ਵਿੱਚ ਲਾਈਆਂ ਸੀ। ਸੋ ਜੜ੍ਹਾਂ ਪੱਟ ਰਹੇ ਆ, ਪੱਟ ਕੇ ਹਟਾਂਗੇ। ਫਿਰ ਤੋਂ ਇੱਕ ਗੱਲ ਤਾਂ ਖੜੀ ਹੁੰਦੀ ਹੈ ਨਾ, ਇੰਨਾ ਵੱਡਾ ਸਵਾਲ ਹੈ SSP ਦਫ਼ਤਰ ਉੱਤੇ ਹੋਵੇ, ਥੋੜੀ ਦੂਰ ਹੀ ਉਹਦੇ ਚਿੱਟਾ ਵਿਕ ਰਿਹਾ ਹੋਵੇ, ਬਹੁਤ ਵੱਡਾ ਸਵਾਲ ਹੈ ਪ੍ਰਸ਼ਾਸਨ ਦੇ ਉੱਤੇ ਜਾਂ ਪੁਲਿਸ ਦੇ ਉੱਤੇ ਜਾਂ ਸਰਕਾਰ ਉੱਤੇ ਖੜਾ ਤਾਂ ਹੁੰਦਾ ਹੀ ਹੈ ਨਾ, ਵੀ ਹਜੇ ਤੱਕ ਨਹੀਂ, ਵੀ ਡਰ ਹੀ ਨਹੀਂ ਹੈਗਾ ਕਿਸੇ ਚੀਜ਼ ਦਾ, ਵੀ SSP ਦਫ਼ਤਰ ਦੇ ਬਿਲਕੁਲ ਨੇੜੇ ਹੋ ਕੇ ਇਹ ਚੀਜ਼ਾਂ ਹੋ ਰਹੀਆਂ ਹੁਣ। ਨਹੀਂ, ਤੁਹਾਡੇ ਨਾਲ ਮੈਂ ਸਹਿਮਤ ਹਾਂ, ਪਰ ਉੱਥੇ ਫਰੀਦਕੋਟ ਦਾ ਇਹ ਮਸਲਾ ਸੀ ਕਿ ਵੀਡੀਓ ਵਾਇਰਲ ਹੋਈ ਸੀਗੀ ਕਿ ਨੇੜੇ ਚਿੱਟਾ ਵਿਕ ਰਿਹਾ ਸੀਗਾ। ਉਹ ਸ਼ਰਾਰਤੀ ਅਨਸਰਾਂ 'ਤੇ ਕਾਰਵਾਈ ਹੋ ਗਈ ਆ, ਪਰ ਇਹ ਹੈਗਾ ਵੀ ਹੌਲੀ ਹੌਲੀ ਲੋਕ ਵੀ ਜਦੋਂ ਅਵੇਅਰ ਹੋਣ। ਦੇਖੋ ਪੰਜਾਬ ਦੇ ਵਿੱਚ ਅੱਤਵਾਦ ਕਿਵੇਂ ਖਤਮ ਹੋਇਆ, ਜਿੱਦਣ ਲੋਕਾਂ ਨੇ ਸਾਥ ਦਿੱਤਾ, ਜਿੱਦਣ ਲੋਕ ਇਸ ਚੀਜ਼ ਦੇ ਉਲਟ ਹੋਏ, ਪੰਜਾਬ ਦੇ ਵਿੱਚ ਅੱਤਵਾਦ ਉਦੋਂ ਖਤਮ ਹੋਇਆ। ਤੇ ਮੈਂ ਇਹ ਵੀ ਦਾਅਵੇ ਨਾਲ ਕਹਿਣਾ ਕਿ ਪੰਜਾਬ ਦੇ ਵਿੱਚ ਨਸ਼ਾ ਵੀ ਉਦੋਂ ਖਤਮ ਹੋਣਾ ਜਿੱਦਣ ਲੋਕਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ। ਅਜੇ ਲੋਕ ਵਿਰੋਧ ਕਰਨ ਲੱਗੇ ਨਹੀਂ। ਜਿੱਦਣ ਲੋਕ ਇਸ ਮੂਵਮੈਂਟ ਦਾ ਹਿੱਸਾ ਬਣ ਗਏ ਕਿ ਅਸੀਂ ਨਸ਼ਾ ਖਤਮ ਕਰਨਾ, ਉਸ ਦਿਨ ਪੰਜਾਬ ਦੇ ਵਿੱਚ ਨਸ਼ਾ ਨਹੀਂ ਰਹੂਗਾ। ਕਿਸਾਨ ਵੀ ਖੁਦਕੁਸ਼ੀਆਂ ਕਰ ਰਹੇ ਲਗਾਤਾਰ, ਬਹੁਤ ਸਾਰੇ ਕਿਸਾਨਾਂ ਦੀ ਖੁਦਕੁਸ਼ੀ ਹੋਈਆਂ ਪਿਛਲੇ 50 ਦਿਨਾਂ ਦੇ ਅੰਦਰ ਹੀ। ਜੇ ਗੱਲ ਕਰ ਲਏ ਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਕਿਸਾਨਾਂ ਨੂੰ ਮਿਲਿਆ ਨਹੀਂ, ਉਹਨਾਂ ਦੇ ਪਰਿਵਾਰ ਤੱਕ ਗਿਆ ਤੱਕ ਨਹੀਂ, ਪਹੁੰਚ ਨਹੀਂ ਕੀਤੀ ਹੈਗੀ। ਇਹ ਜਿਹੜੀਆਂ ਖੁਦਕੁਸ਼ੀਆਂ ਦਾ ਜਿਹੜਾ ਮਸਲਾ ਚੱਲ ਰਿਹਾ ਜੀ, ਇਹ ਪਿਛਲੇ ਸਮਿਆਂ ਦੇ ਵਿੱਚ ਜੋ ਪਿਛਲੀਆਂ ਸਰਕਾਰਾਂ ਨੇ, ਜਿਵੇਂ ਨਕਲੀ ਰੇਹਾਂ ਸਪਰੇਆਂ ਜੋ ਆਪਣੇ ਲੋਕਾਂ ਨੂੰ, ਜ਼ਿਮੀਂਦਾਰਾਂ ਨੂੰ, ਕਿਉਂਕਿ ਸਾਡਾ ਮਾਲਵਾ ਬੈਲਟ ਆ, ਉਹਦੇ ਵਿੱਚ ਵੀ ਜਿਹੜੇ ਪਿਛੇ ਆਗੂ ਰਹੇ ਨੇ, ਖੇਤੀਬਾੜੀ ਮੰਤਰੀ ਰਹੇ ਨੇ, ਉਹਨਾਂ ਮੋਟੇ ਕਮਿਸ਼ਨ ਲੈ ਕੇ ਜਿਹੜੀਆਂ ਨਕਲੀ ਦਵਾਈਆਂ, ਨਕਲੀਆਂ ਖਾਦਾਂ ਜਿਹੜੀਆਂ ਲੋਕਾਂ ਨੂੰ ਪ੍ਰੋਵਾਈਡ ਕੀਤੀਆਂ ਸੀ, ਇਹ ਸਭ ਉਸ ਚੀਜ਼ ਦੀ ਦੇਣ ਹੈ। ਸੋ ਪਿਛਲੇ ਸਮੇਂ ਤੋਂ ਇੱਕ ਇਹਦੇ ਵਿੱਚ ਬੜਾ ਵੱਡਾ ਹਿੱਸਾ ਕੈਪਟਨ ਸਾਹਿਬ ਦਾ ਵੀ ਆਉਂਦਾ, ਕਿਉਂਕਿ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਲੋਕਾਂ ਦੇ ਨਾਲ ਕਿ ਮੈਂ ਤੁਹਾਡਾ ਕਰਜ਼ਾ ਮਾਫ ਕਰੂੰਗਾ। ਉਸ ਵਾਅਦੇ ਕਰਕੇ ਜਿਹੜੇ ਆਮ ਜ਼ਿਮੀਂਦਾਰ ਸੀ, ਜਿਨ੍ਹਾਂ ਦੀਆਂ ਲਿਮਟਾਂ ਸੀ ਬੈਂਕਾਂ ਦੀਆਂ, ਉਹਨਾਂ ਨੇ ਲਿਮਟਾਂ ਨਹੀਂ ਤਾਰੀਆਂ। ਉਹ ਜਿਹੜੀਆਂ ਲਿਮਟਾਂ ਤਾਰੀਆਂ ਨਹੀਂ, ਕਰਜ਼ਾ ਮਾਫ ਹੋਇਆ ਨਹੀਂ, ਉਹ ਡਬਲ ਟ੍ਰਿਪਲ ਕਰਜ਼ਾ ਹੋ ਗਿਆ। ਸੋ ਉਸ ਕਰਜ਼ੇ ਦੇ ਕਰਕੇ ਜੇ ਅੱਜ ਕਿਸਾਨ ਸਾਡੇ ਖੁਦਕੁਸ਼ੀਆਂ ਕਰ ਰਹੇ ਨੇ, ਇਹਨਾਂ ਦੇ ਜ਼ਿੰਮੇਵਾਰ ਪਿਛਲੀਆਂ ਸਰਕਾਰਾਂ ਨੇ। ਇੱਕ ਹੋਰ ਮਸਲਾ ਜਿਹਦੇ ਉੱਤੇ ਪੰਜਾਬ ਸਰਕਾਰ ਜਿਹੜੀ ਬੈਕਫੁੱਟ ਤੇ ਨਜ਼ਰ ਆ ਰਹੀ ਹੈ, ਪਟਿਆਲਾ ਹਿੰਸਾ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ, ਪਟਿਆਲਾ ਹਿੰਸਾ ਹੁੰਦੀ ਹੈ ਕਿਹਾ ਜਾ ਰਿਹਾ, ਸਭ ਕੁਝ ਪਹਿਲਾਂ ਦੱਸਿਆ ਗਿਆ ਸੀ, DGP ਨਾਲ ਵੀ ਮੁਲਾਕਾਤ ਹੋਈ ਸੀਗੀ, ਧੜਿਆਂ ਦੀ SSP ਦੇ ਨਾਲ ਵੀ ਹੋਈ ਸੀ। ਕੀ ਬਦਲਣਾ ਹੱਲ ਸੀਗਾ? ਕੀ ਪਹਿਲਾਂ ਪ੍ਰੀਐਮਪਟਿਵ ਐਕਸ਼ਨ ਹੀ ਲੈ ਸਕਦੀ ਸੀ ਸਰਕਾਰ, ਵੀ ਪਹਿਲਾਂ ਹੀ ਗੱਲਬਾਤ ਕਰਕੇ ਸੁਲਝਾ ਲੈਂਦੀ ਮਸਲਾ? ਇੰਨੀ ਹਿੰਸਾ ਹੋਣ ਤੋਂ ਬਾਅਦ ਜਿਹੜੋ ਐਕਸ਼ਨ ਲਿੱਤੇ ਜਾ ਰਿਹਾ, ਹੁਣ ਸਿੱਟਾਂ ਦਾ ਵੀ ਹਵਾਲਾ ਦਿੱਤਾ ਜਾ ਰਿਹਾ। ਦੇਖੋ, ਕੋਈ ਵੀ ਹੋਵੇ, ਪਹਿਲਾਂ ਇਹ ਕੋਈ ਵੀ ਜਨਤਚਰ ਕੋਈ ਐਪੀਸੋਡ ਨਹੀਂ ਸ਼ੁਰੂ ਹੁੰਦਾ, ਕੋਈ ਨਹੀਂ ਗੱਲ ਹੁੰਦੀ, ਉਦੋਂ ਤੱਕ ਪ੍ਰਸ਼ਾਸਨ ਨੇ ਪੂਰਾ ਜ਼ੋਰ ਲਾਇਆ ਉਹਨੂੰ ਅਵੋਇਡ ਕਰਨ ਲਈ। ਪ੍ਰਸ਼ਾਸਨ ਨੇ ਵਾਰਨਿੰਗ ਵੀ ਦਿੱਤੀ ਆ, ਜਿਹੜੇ ਉਹ ਸ਼ਿਵ ਸੈਨਾ ਵਾਲਾ ਗਰੁੱਪ ਸੀ ਉਹਨਾਂ ਨੂੰ ਵੀ ਕਿਹਾ, ਜਿਹੜਾ ਦੂਸਰਾ ਸਾਡੇ ਸਿੱਖ ਜਥੇਬੰਦੀਆਂ ਸੀਗੀਆਂ ਉਹਨਾਂ ਨੂੰ ਵੀ ਪਹਿਲਾਂ ਵਾਰਨਿੰਗ ਦੇਤੀ ਸੀ ਕਿ ਇਹ ਕੰਮ ਅਸੀਂ ਹੋਣ ਦੇਣਾ ਨਹੀਂ। ਮੈਂ ਸਮਝਦਾ ਕਿ ਜੇ ਉਹ ਆਪਦੇ ਕੰਮਾਂ ਤੋਂ ਨਹੀਂ ਟਲੇ, ਉਹਨਾਂ ਨੇ ਆਪਦਾ ਜਿਹੜਾ ਰੋਸ ਮਾਰਚ ਕੱਢਿਆ ਉਹ ਨਹੀਂ ਉੱਤੇ ਕੰਟਰੋਲ ਕੀਤਾ, ਤਾਂ ਇਹਦੇ ਪਿੱਛੇ ਕੋਈ ਸਿਆਸੀ ਜਿਹੜੇ ਜਿਵੇਂ ਦੱਸਿਆ ਹੀ ਗਿਆ, ਹੁਣੇ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਆ ਕਿ ਇਹਦੇ ਜਿਹੜੇ ਪਿੱਛੇ ਸਿਆਸੀ ਮਨਸ਼ਾ ਸੀ ਜਿਸ ਪਾਰਟੀ ਦਾ, BJP ਪਾਰਟੀ ਦਾ, ਉਹਨਾਂ ਨੇ ਇਹ ਕੰਮ 'ਤੇ ਕੰਟਰੋਲ ਨਹੀਂ ਕਰਨ ਦਿੱਤਾ। ਸੋ ਐਂ ਨਹੀਂ ਲੱਗਦਾ ਵੀ ਸਰਕਾਰ ਆਪਣੀ ਕਮੀ ਲੁਕਾਉਣ ਵਾਸਤੇ BJP ਦੇ ਮੱਥੇ ਮੜ ਰਹੀ ਹੈ ਸਾਰੀ ਗੱਲ? ਆਪਣਾ ਫੇਲੀਅਰ ਜਿਹੜਾ ਉਹਨਾਂ ਤੋਂ ਨਹੀਂ ਹੋ ਪਾਇਆ, ਸਿਚੁਏਸ਼ਨ ਟੈਕਲ ਨਹੀਂ ਹੋ ਪਈ ਮੌਕੇ ਤੇ, ਹੁਣ ਉਹਦੇ ਉੱਤੇ ਸਿਆਸੀ ਕਾਰਵਾਈ ਦੇ, ਸਿਆਸੀ ਰੂਪ ਦੇ ਰਹੀ ਹੈ ਉਸਨੂੰ? ਨਹੀਂ, ਇਹ ਬਿਲਕੁਲ ਗੱਲ ਨਹੀਂ, ਕਿਉਂਕਿ ਹੁਣ ਤਾਂ ਜਿਹੜੇ ਦੋਸ਼ੀ ਨੇ ਉਹ ਤਾਂ ਅੰਦਰ ਨੇ, ਤੇ ਦੋਸ਼ੀ ਸ਼ਰੇਆਮ ਪਤਾ ਲੱਗ ਗਿਆ ਕਿਹੜੀ ਕਿਹੜੀ ਪਾਰਟੀ ਦੇ, ਸਾਰੇ ਉਹਨਾਂ ਦੇ ਫੋਟੋਆਂ ਟਰੈਕ ਹੋ ਗਈਆਂ, ਕਾਲ ਰਿਕਾਰਡਿੰਗ ਸਾਰਾ ਕੁਝ ਸਰਕਾਰ ਕੋਲੇ ਆ ਚੁੱਕਿਆ। ਬਾਅਦ ਕਹਿ ਰਹੇ ਵੀ ਪਹਿਲਾਂ ਦਿਨ ਕਹਿ ਰਹੇ ਸੀਗੇ ਹਰੀਸ਼ ਸਿੰਗਲਾ ਨੇ ਮਾਸਟਰਮਾਈਂਡ, ਹੁਣ ਕਹਿ ਰਹੇ ਆ ਵੀ ਅਗਲੇ ਦਿਨ ਬਣਾਤਾ ਪਰਵਾਨੇ ਨੂੰ, ਪਰਵਾਨੇ ਦੇ ਪਿੱਠ ਤੇ ਆ ਕੇ ਖੜੇ ਹੋਏ ਨੇ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ। ਦੇਖੋ ਜੀ, ਇਹੀ ਤਾਂ ਸਾਡੀਆਂ ਜਿਹੜੀਆਂ ਅਕਾਲੀ ਦਲ ਜਾਂ ਕਾਂਗਰਸ ਹੋ ਗਈ ਜਾਂ BJP ਹੋ ਗਈ, ਇਸੇ ਗੱਲਾਂ ਕਰਕੇ ਹੁਣ ਤੱਕ ਇਹ ਲੋਕਾਂ ਨੂੰ ਵੰਡ ਕੇ ਰਾਜ ਕਰਦੇ ਰਹੇ ਨੇ। ਇੱਕ BJP ਉੱਧਰ ਖੜੀ ਹੋ ਗਈ, ਅਕਾਲੀ ਦਲ ਇੱਧਰ ਖੜਾ ਹੋ ਗਿਆ। ਇਹ ਆਪਦੀਆਂ ਇਹੋ ਜਿਹੀਆਂ ਜਿਹੜੀਆਂ ਇਨਸੀਡੈਂਟ ਹੁੰਦੇ ਨੇ, ਇਹਦੇ ਵਿੱਚੋਂ ਆਪਦੇ ਸਿਆਸੀ ਰਾਹ ਤਲਾਸ਼ਦੇ ਨੇ, ਆਪਦੀਆਂ ਵੋਟਾਂ ਦੀ ਰਾਜਨੀਤੀ ਕਰਦੇ ਨੇ। ਸੋ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਜਿਹੜਾ ਹੈਗਾ ਇਹ ਸੁਖੀ ਵਸਦਾ, ਇਹਨੂੰ ਸੁਖੀ ਵਸਣ ਦਿਓ।
ਨਵਜੋਤ ਸਿੰਘ ਸਿੱਧੂ ਵੀ ਆਏ ਦਿਨ ਸਰਕਾਰ ਨੂੰ ਘੇਰਦੇ ਨੇ, ਕਹਿੰਦੇ ਠੇਕੇਦਾਰੀ ਸਿਸਟਮ ਇਹਨਾਂ ਨੇ ਖਤਮ ਨਹੀਂ ਕੀਤਾ, ਰੈਵਨਿਊ ਹਜੇ ਵੀ ਨਹੀਂ ਆ ਰਿਹਾ ਹੈਗਾ, ਲੋਕ ਬਹੁਤ ਦੁਖੀ ਨੇਗੇ ਸਰਕਾਰ ਤੋਂ। ਤੁਸੀਂ ਕਹਿਣਾ ਚਾਹੋਗੇ ਉਹਨਾਂ ਨੂੰ? ਨਵਜੋਤ ਸਿੰਘ ਸਿੱਧੂ ਆਪਦੀ ਪਾਰਟੀ ਦੇ ਵਿੱਚ ਆਪਦੀ ਜ਼ਮੀਨ ਤਲਾਸ਼ ਰਹੇ ਨੇ। ਉਹ ਕਿਸੇ ਨਾ ਕਿਸੇ ਤਰ੍ਹਾਂ ਆਪਦੀ ਪਾਰਟੀ ਦੇ ਗੁੱਡ ਫੇਥ ਵਿੱਚ ਆਉਣਾ ਚਾਹੁੰਦੇ ਨੇ, ਕਿਉਂਕਿ ਪਾਰਟੀ ਨੇ ਬਿਲਕੁਲ ਸਾਈਡ ਲਾਈਨ ਤੇ ਕੀਤਾ। ਉਹ ਹੁਣ ਇਹ ਚਾਹੁੰਦੇ ਨੇ ਕਿ ਕੋਈ ਨਾ ਕੋਈ ਮੁੱਦਾ ਚੱਕ ਕੇ ਮੈਂ ਆਪਦੀ ਪਾਰਟੀ ਦੇ ਨਿਗਾਹ ਦੇ ਵਿੱਚ ਆਵਾਂ। ਸੋ ਮੈਨੂੰ ਲੱਗਦਾ ਨਹੀਂ ਕਿ ਨਵਜੋਤ ਸਿੰਘ ਸਿੱਧੂ ਦਾ ਕੋਈ ਹੁਣ ਜਿਹੜਾ ਬਿਆਨ ਆ ਜਾਂ ਕੋਈ ਇਹੋ ਜਿਹੀ ਐਕਟੀਵਿਟੀ ਹੁਣ ਚੱਲੂਗੀ। ਹਾਲਾਂਕਿ ਨੋਟਿਸ ਕੱਢਿਆ ਗਿਆ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪਾਰਟੀ ਵੱਲੋਂ ਹੀ, ਕਾਂਗਰਸ ਪਾਰਟੀ ਨੇ ਕੱਢਿਆ। ਜੇ ਬਾਈ ਚਾਂਸ ਉਹਨਾਂ ਤੇ ਕਾਰਵਾਈ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਉਹਨੂੰ ਐਕਸੈਪਟ ਕਰ ਲਊਗੀ ਤਾਂ ਤੁਸੀਂ ਲੈ ਕੇ ਆਉਣਾ ਚਾਹੋਗੇ ਉਹਨਾਂ ਨੂੰ ਆਪਣੀ ਪਾਰਟੀ 'ਚ? ਬਿਲਕੁਲ ਨਹੀਂ। ਸਾਡੀ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਇਹ ਹੋ ਗਿਆ ਪੱਕਾ ਹੈਗਾ ਵੀ ਕੋਈ ਵੀ ਨਵਾਂ ਅਸੀਂ ਚਿਹਰਾ ਸ਼ਾਮਲ ਨਹੀਂ ਕਰਾਂਗੇ। ਇਹਦਾ ਕਾਰਨ? ਬਹੁਤ ਵਧੀਆ ਮੈਜੋਰਟੀ ਦੇ ਨਾਲ ਸਾਨੂੰ ਆਪਦੇ ਜਿਹੜੇ ਵਲੰਟੀਅਰਸ ਨੇ, ਜਿਨ੍ਹਾਂ ਕਰਕੇ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਹੈ, 92 ਸੀਟਾਂ 117 ਦੇ ਵਿੱਚੋਂ 92 ਸੀਟਾਂ ਲੈ ਕੇ ਗਈ ਆ। ਸਾਨੂੰ ਉਹ ਆਪਦੀ ਟੀਮ ਦੇ ਉੱਤੇ ਮਾਣ ਹੈ। ਸਾਨੂੰ ਕਿਸੇ ਹੋਰ ਦੀ ਲੋੜ ਨਹੀਂ ਹੈਗੀ। ਸਾਨੂੰ ਸਾਡੇ ਜਿਹੜੇ ਯੋਧੇ ਨੇ, ਜਿਹੜੇ ਸਾਡੇ ਸੀਐਮ ਸਾਹਿਬ ਨੇ, ਸਾਨੂੰ ਇਸ ਆਪਦੀ ਟੀਮ ਤੇ ਪੂਰਾ ਮਾਣ ਹੈ। ਇੱਕ ਆਖਰੀ ਸਵਾਲ, 50 ਦਿਨ ਹੋ ਗਏ ਆ, ਹੋਰ ਕਿਹੜੀ ਗੱਲਾਂ ਉੱਤੇ ਸਰਕਾਰ ਨੂੰ ਹਜੇ ਵੀ ਕੰਮ ਕਰਨ ਦੀ ਲੋੜ ਹੈ? ਜੇ ਤੁਸੀਂ ਇੱਕ ਤਾਂ ਤੁਸੀਂ ਚਿੱਟੇ ਬਾਰੇ ਤਾਂ ਕਹਿ ਹੀ ਦਿੱਤਾ, ਨਸ਼ਾ ਵੀ ਹਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈਗਾ, ਹੋਰ ਤੁਹਾਨੂੰ ਕਿੱਥੇ ਲੱਗਦਾ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ, ਜਿਹੜਾ ਤੁਸੀਂ ਆਪਦੇ ਨਿੱਜੀ ਤਜਰਬੇ ਤੋਂ ਦੇਖ ਰਹੇ ਹੋ? ਨਹੀਂ, ਧਿਆਨ ਦੇ ਰਹੀ ਆ ਸਰਕਾਰ। ਇਹ ਜਿਵੇਂ ਨਸ਼ੇ ਤੇ ਪਹਿਲ ਕਦਮੀ ਕਰ ਰਹੀ ਆ। ਹੁਣ ਅਸੀਂ ਬਾਹਰਲੀਆਂ ਕੰਪਨੀਆਂ ਨਾਲ ਗੱਲ ਚੱਲ ਰਹੀ ਆ ਮਾਨ ਸਾਹਿਬ ਦੀ। ਅਸੀਂ ਬਾਹਰਲੀਆਂ ਕੰਪਨੀਆਂ ਦਾ ਨਿਵੇਸ਼ ਕਰਾ ਰਹੇ ਹਾਂ। ਉਹ ਕੰਪਨੀਆਂ ਪੰਜਾਬ ਦੇ ਵਿੱਚ ਲਾ ਕੇ ਕਾਰੋਬਾਰ ਸਥਾਪਿਤ ਕਰ ਰਹੇ ਹਾਂ, ਇੱਥੇ ਵੀ ਰੁਜ਼ਗਾਰ ਸਥਾਪਿਤ ਕਰ ਰਹੇ ਹਾਂ। ਫੀਡਬੈਕ ਦਿੱਤੀ ਹੈ ਮਾਨ ਸਾਹਿਬ ਨੂੰ, ਸੀਐਮ ਨੂੰ ਵੀ, ਕਿ ਇਹ ਚੀਜ਼ਾਂ ਥੋੜਾ ਧਿਆਨ ਦਿੱਤਾ ਜਾਵੇ, ਕਿਉਂਕਿ ਹਰੇਕ ਤੋਂ ਫੀਡਬੈਕ ਲੈ ਰਿਹਾ, ਤੁਹਾਡੇ ਤੋਂ ਵੀ ਲਈਏ? ਬਿਲਕੁਲ, ਜਦੋਂ ਵੀ ਅਸੀਂ ਮਿਲਦੇ ਹਾਂ, ਅਜੇ ਕੱਲ੍ਹ ਸਾਡੀ ਮੀਟਿੰਗ ਹੋਈ ਆ, ਇਹ ਬੜੀ ਪਹਿਲ ਕਦਮੀ ਕੀਤੀ ਆ ਮਾਨ ਸਾਹਿਬ ਨੇ, ਕਿਉਂਕਿ ਕਿਸੇ ਵੀ ਸਰਕਾਰ ਨੇ, ਪਿਛਲੀ ਸਰਕਾਰ ਰਹੀ ਆ, ਕੈਪਟਨ ਸਾਹਿਬ ਨੂੰ ਜਿਹੜੇ ਐਮਐਲਏ ਸੀ ਮਿਲਣ ਨੂੰ ਤਰਸਦੇ ਹੁੰਦੇ ਸੀ। ਕਦੇ 2-2 ਮਹੀਨੇ ਲੱਗ ਜਾਂਦੇ ਸੀ ਐਮਐਲਏ ਨੂੰ ਮੁੱਖ ਮੰਤਰੀ ਨਾਲ ਮਿਲਣ ਲਈ। ਪਰ ਇੱਥੇ ਅਸੀਂ ਜਦੋਂ ਮਰਜ਼ੀ, ਚਾਹੇ ਰਾਤ ਨੂੰ 8 ਵਜੇ 10 ਵਜੇ, ਜਦੋਂ ਮਰਜ਼ੀ ਅਸੀਂ ਜਾ ਕੇ ਕੁੰਡਾ ਖੜਕਾ ਸਕਦੇ ਹਾਂ, ਮਾਨ ਸਾਹਿਬ ਨੂੰ ਮਿਲ ਸਕਦੇ ਹਾਂ। ਕੱਲ੍ਹ ਵੀ ਇਸੇ ਸਬੰਧ ਦੇ ਵਿੱਚ ਮੀਟਿੰਗ ਰੱਖੀ ਸੀ, ਇੰਟਰੈਕਸ਼ਨ ਹੋਈ ਸੀ। ਸਾਰੇ ਐਮਐਲਏ ਨਾਲ ਜੋ ਵੀ ਆਪਦੀਆਂ ਮੁਸ਼ਕਲਾਂ ਸੀ ਉਹਨਾਂ ਨੇ ਮਾਨ ਸਾਹਿਬ ਦੇ ਸਾਹਮਣੇ ਰੱਖੀਆਂ, ਤੇ ਮਾਨ ਸਾਹਿਬ ਨੇ ਮੌਕੇ 'ਤੇ ਸਾਰੀਆਂ ਗੱਲਾਂ ਸੁਣ ਕੇ ਸਾਰੀਆਂ ਦਾ ਹੱਲ ਕੀਤਾ। ਕੈਪਟਨ ਅਮਰਿੰਦਰ ਸਿੰਘ ਦਾ ਹਜੇ ਫਿਊਚਰ ਲੱਗਦਾ, ਉਹਨਾਂ ਨੇ ਹੁਣੀ ਫਿਰ ਤੋਂ ਸਰਗਰਮ ਹੋਇਆ ਕਿ ਨਗਰ ਨਿਗਮ ਦੀਆਂ ਚੋਣਾਂ ਮੈਂ ਭਾਜਪਾ ਨਾਲ ਲੜੂੰਗਾ? ਭਾਜਪਾ ਨਾਲ ਨਹੀਂ ਲੜੂਗਾ, ਭਾਜਪਾ ਲਈ ਲੜੂਗਾ, ਮੈਨੂੰ ਲੱਗਦਾ ਉਹ ਕਹਿ ਰਹੇ ਨੇ, ਕਿਉਂਕਿ ਉਹ ਤਾਂ ਹੁਣ ਸਾਰਾ ਕੁਝ ਕਲੀਅਰ ਹੋ ਗਿਆ। ਜ਼ਮਾਨਤਾਂ ਜ਼ਬਤ ਹੋ ਗਈਆਂ ਨੇ, ਠੀਕ ਹੈ। ਕਿਸੇ ਸ਼ਹਿਰ ਦੇ ਵਿੱਚ ਕੋਈ ਉਹਨਾਂ ਦਾ ਉਮੀਦਵਾਰ, ਕੋਈ ਮੈਨੂੰ ਲੱਗਦਾ 5-7 ਹਜ਼ਾਰ ਤੋਂ ਵੱਧ ਕੋਈ ਵੋਟ ਲੈ ਕੇ ਨਹੀਂ ਗਿਆ। ਸਿਆਸਤ ਛੱਡ ਦੇਣੀ ਚਾਹੀਦੀ ਆ ਕੈਪਟਨ ਸਾਹਿਬ ਨੂੰ, ਮੇਰੀ ਤਾਂ ਇਹੀ ਸਲਾਹ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਤਾਂ ਇਹ ਸੀਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਡੀ ਢੋਸ, ਜਿਨ੍ਹਾਂ ਨੇ ਕਿਹਾ ਵੀ ਸਰਕਾਰ ਹੌਲੀ ਹੌਲੀ ਕੰਮ ਜ਼ਰੂਰ ਕਰ ਰਹੀ ਹੈ। ਤੁਸੀਂ ਪਿਛਲੀਆਂ ਸਰਕਾਰਾਂ ਨਾਲ ਜੇ ਕੰਪੇਅਰ ਕਰੋਗੇ ਤਾਂ ਉਹਨਾਂ ਨਾਲੋਂ ਤਾਂ ਆਮ ਆਦਮੀ ਪਾਰਟੀ ਜਿਹੜੀ 50 ਦਿਨ ਦੀ ਸਰਕਾਰ ਹੈ, ਉਹਨੇ ਹੀ ਬਹੁਤ ਜ਼ਿਆਦਾ ਕੰਮ ਕਰ ਦਿੱਤਾ। ਦੂਜੀਆਂ ਪਾਰਟੀਆਂ ਦੇ 5 ਸਾਲ ਤੇ ਸਾਡੀ ਪਾਰਟੀ ਦੇ 50 ਦਿਨ ਦੇਖੋ ਇੱਕ ਬਰਾਬਰ ਲੱਗਣਗੇ। ਕੈਮਰਾਮੈਨ ਬਲਜਿੰਦਰ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।